ਸਤਿ ਸ੍ਰੀ ਅਕਾਲ। ਰੇਸ ਅਕੈਡਮੀ ਦੇ ऑफिशियल ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰਾ ਨਾਮ ਹੈ ਰਮਨਦੀਪ ਤੇ ਮੈਂ ਤੁਹਾਨੂੰ ਕਰਾ ਰਿਹਾ ਸਾइनोनिम्स मतलब कि वोकैबुलरी अपनी चल रही है। वोकैबुलरी चल रही है रूट्स टू जेनेट सीरीज़ का नाम है। ठीक है जी, ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਜਿੱਥੇ ਤੁਹਾਨੂੰ ਪੀਡੀਐਫਸ ਮਿਲਦੀਆਂ ਰਹਿੰਦੀਆਂ ਨੇ। ਰੇਸ ਅਕੈਡਮੀ ऑफिशियल ਦੇ ਨਾਮ ਤੋਂ ਟੈਲੀਗ੍ਰਾਮ ਚੈਨਲ ਹੈ। ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਤੇ ਮੈਂ ਤੁਹਾਨੂੰ ਦੱਸ ਦਵਾਂ ਮੈਂ ਤੁਹਾਨੂੰ ਪੜ੍ਹਾ ਰਿਹਾ ਹਿਸਟਰੀ ਤੇ ਇੰਗਲਿਸ਼। रिसेंटली मैं ਤੁਹਾਨੂੰ CSET ਦੇ ਲਈ ਕਰਵਾ ਰਿਹਾ ਮੈਂਟਲ ਐਬਿਲਿਟੀ ਮੈਂ ਤੁਹਾਨੂੰ ਕਰਵਾ ਰਿਹਾ ਅਨ ਅਕੈਡਮੀ ਤੇ। ਤੁਸੀਂ ਉੱਥੇ ਜਾ ਕੇ ਸਾਡੀ ਵੀਡੀਓਜ਼ ਦੇਖ ਸਕਦੇ ਹੋ। ਜੇਕਰ ਤੁਸੀਂ ਅਨ ਅਕੈਡਮੀ ਦਾ ਕੋਈ ਕੋਰਸ ਪਰਚੇਜ਼ ਕਰਨਾ ਚਾਹੁੰਦੇ ਹੋ, ਕੋਈ ਵੀ ਯਾਨੀ ਕਿ UPSC UGC ਨੈਟ ਕੋਈ ਵੀ ਤੁਸੀਂ ਤਿਆਰੀ ਕਰ ਰਹੇ ਹੋ ਜਾਂ ਤੁਹਾਡਾ ਕੋਈ ਫਰੈਂਡ ਪਰਚੇਜ਼ ਕਰਨਾ ਚਾਹ ਰਹੇ ਨੇ ਤਾਂ ਤੁਸੀਂ ਮੇਰਾ ਕੋਡ ਯੂਜ਼ ਕਰ ਸਕਦੇ ਹੋ ਰਮਨ10 ਦੇ ਨਾਮ ਤੋਂ। ਇਹ ਕੋਡ ਤੁਸੀਂ ਯੂਜ਼ ਕਰੋਗੇ ਤਾਂ ਤੁਹਾਨੂੰ 10% ਡਿਸਕਾਊਂਟ ਮਿਲ ਜੂਗਾ। ਠੀਕ ਹੈ ਜੀ, ਮੂਵ ਕਰਦੇ ਹਾਂ ਅੱਜ ਦੇ ਲੈਕਚਰ ਤੇ। ਹਾਂਜੀ, 1 to 41 ਵਰਡ ਆਪਾਂ ਕਰ ਚੁੱਕੇ ਹਾਂ, ਫਿਰ ਵੀ ਮੈਂ 40 ਤੇ 41 ਵਰਡ ਲੈ ਕੇ ਆਇਆ ਤੇ ਬਾਕੀ ਜਿਹੜੇ ਵਰਡ 40 ਵਰਡ ਜਿਹੜੇ ਆਪਾਂ ਕਰ ਚੁੱਕੇ ਹਾਂ ਉਹਨਾਂ ਦੀ ਵੀ ਆਪਾਂ ਰਿਵੀਜ਼ਨ ਕਰਾਂਗੇ ਬਟ ਕਲਾਸ ਦੇ ਐਂਡ 'ਚ। ਠੀਕ ਹੈ ਜੀ, ਹੁਣ ਆਪਾਂ ਮੂਵ ਕਰਦੇ ਹਾਂ 40 ਤੋਂ ਲੈ ਕੇ 60 ਵਰਡ ਕਰਾਂਗੇ। ਆਪ ਦਾ ਟਾਰਗੇਟ ਹੈ ਅੱਜ ਦਾ। ਅਡਲਟਰੇਸ਼ਨ ਕੀ ਹੈ ਮੈਂ ਤੁਹਾਨੂੰ ਦੱਸਿਆ ਸੀ। ਅਡਲਟਰੇਸ਼ਨ ਦਾ ਮਤਲਬ ਹੁੰਦਾ ਹੈ ਮਿਕਸਿੰਗ ਕਰਨੀ, ਮਿਲਾਵਟਖੋਰੀ ਕਰਨੀ। ਅਡਲਟਰੇਸ਼ਨ ਦਾ ਮਤਲਬ ਹੈ। ਅਡਲਟਰੀ ਦਾ ਕੀ ਮੀਨਿੰਗ ਹੈ? ਅਡਲਟਰੀ ਦਾ ਮੀਨਿੰਗ ਹੈ ਵਿਵਾਹ ਤੋਂ ਬਾਅਦ, ਮੈਰਿਜ ਤੋਂ ਬਾਅਦ ਆਊਟਸਾਈਡ ਸੈਕਸ ਰਿਲੇਸ਼ਨ ਬਣਾ ਲੈਣੇ। ਇਸ ਨੂੰ ਅਡਲਟਰੀ ਕਿਹਾ ਜਾਂਦਾ ਹੈ। ਠੀਕ ਹੈ, ਨੈਕਸਟ ਵਰਡ ਇਜ਼ ਐਡਵਰਸ। ਐਡਵਰਸ ਕੀ ਹੁੰਦਾ ਹੈ? ਐਡਵਰਸ ਹੁੰਦਾ ਅਨਫੇਵਰੇਬਲ ਕੰਡੀਸ਼ਨਸ ਹੋ ਜਾਂਦੀਆਂ ਨੇ ਜਦੋਂ, ਯਾਨੀ ਕਿ ਐਡਵਰਸ ਕੰਡੀਸ਼ਨ ਇੱਕ ਤਾਂ ਆਪਣੇ ਅਕੋਰਡਿੰਗ ਕੰਡੀਸ਼ਨ ਹੁੰਦੀਆਂ ਨੇ, ਫੇਵਰੇਬਲ ਕੰਡੀਸ਼ਨਸ ਹੁੰਦੀਆਂ ਨੇ। ਜਦੋਂ ਆਪੋਜ਼ਿਟ ਕੰਡੀਸ਼ਨ ਹੋ ਜਾਂਦੀ, ਜਿਵੇਂ ਆਪਾਂ ਸੋਚਿਆ ਨਹੀਂ ਉਸੇ ਤਰ੍ਹਾਂ ਨਾ ਹੋਵੇ। ਠੀਕ ਹੈ, ਆਪਣੇ ਅਕੋਰਡਿੰਗ ਕੋਈ ਚੀਜ਼ ਨਾ ਹੋਵੇ, ਆਪਣੇ ਫੇਵਰ ਦੇ ਵਿੱਚ ਨਾ ਹੋਵੇ ਬਲਕਿ ਅਪੋਜ਼ਿਟ ਫੇਵਰ ਦੇ ਵਿੱਚ ਹੋਣ ਲੱਗ ਜਾਣ, ਅਨਫੇਵਰੇਬਲ ਹੋਣ ਲੱਗ ਜਾਣ ਤਾਂ ਉਸ ਨੂੰ ਐਡਵਰਸ ਕਿਹਾ ਜਾਂਦਾ ਹੈ। ਐਡਵਰਸ ਰਿਐਕਸ਼ਨਸ। ਠੀਕ ਹੈ, ਯਾਦ ਰੱਖਣਾ ਐਡਵਰਸ ਵੈਰੀ ਵੈਰੀ ਇੰਪੋਰਟੈਂਟ ਹੈ। ਆਫਟਰ ਮੈਥ ਕੀ ਹੁੰਦਾ ਹੈ? ਆਫਟਰ ਮੈਥ ਦਾ ਕੀ ਮਤਲਬ ਹੈ? ਆਫਟਰ ਮੈਥ ਦਾ ਮੀਨਿੰਗ ਹੈ ਜਦੋਂ ਵੀ ਕੋਈ ਮਾੜੀ ਘਟਨਾ ਹੁੰਦੀ ਹੈ, ਮਾੜੀ ਘਟਨਾ ਹੋਣ ਤੋਂ ਬਾਅਦ ਵਾਲਾ ਟਾਈਮ ਜਿਹੜਾ ਬੰਦਾ ਫੇਸ ਕਰਦਾ ਹੈ ਉਹ ਟਾਈਮ ਨੂੰ ਆਫਟਰ ਮੈਥ ਕਿਹਾ ਜਾਂਦਾ ਹੈ। ਜਿਵੇਂ ਤੁਹਾਨੂੰ ਪਤਾ ਨਹੀਂ ਚੱਲਿਆ ਸੁਨਾਮੀ ਆ ਗਈ, ਕਰੋਨਾ ਆ ਗਿਆ। ਠੀਕ ਹੈ, ਇਹ ਕੋਵਿਡ ਦੀ ਬਿਮਾਰੀ ਫੈਲ ਗਈ ਜਾਂ ਸੁਨਾਮੀ ਆ ਗਈ, ਇੱਕ ਵਾਰੀ ਤਾਂ ਆ ਗਈ ਲੇਕਿਨ ਉਸ ਤੋਂ ਬਾਅਦ ਦਾ ਫੇਜ਼ ਜਿਹੜਾ ਕਿ ਮਨੁੱਖ ਕਵਰ ਕਰਨਗੇ, ਕੋਈ ਵੀ ਮਨੁੱਖ ਕਵਰ ਕਰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਆਫਟਰ ਮੈਥ। ਠੀਕ ਹੈ, ਦਾ ਪੀਰੀਅਡ ਵਿਚ ਫੋਲੋਜ਼ ਐਨ ਅਨਡਿਜ਼ਾਇਰਡ ਇਵੈਂਟ। ਠੀਕ ਹੈ ਜੀ, ਅਨਡਿਜ਼ਾਇਰਡ ਇਵੈਂਟ ਹੁੰਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਬਟ ਉਹ ਹੋ ਜਾਂਦਾ ਹੈ। ਉਸ ਤੋਂ ਬਾਅਦ ਵਾਲਾ ਜਿਹੜਾ ਪੀਰੀਅਡ ਜਿਹੜਾ ਟੱਪਦਾ ਕਿਵੇਂ ਲੰਘਦਾ ਹੈ ਉਸ ਨੂੰ ਆਫਟਰ ਮੈਥ ਕਿਹਾ ਜਾਂਦਾ ਹੈ। ਠੀਕ ਹੈ ਜੀ, ਨੈਕਸਟ ਵਰਡ 44 ਆਪਾਂ ਦੇਖਦੇ ਹਾਂ ਅਗਸਤ। ਅਗਸਤ ਦਾ ਕੀ ਮਤਲਬ ਹੈ? ਦੇਖੋ ਅਗਸਤ ਵਰਡ ਅਗਸਤ ਦੇ ਨਾਲ ਮਿਲਦਾ ਹੈ, ਦੇਖ ਲਓ ਅਗਸਤ ਦੇ ਨਾਲ। ਠੀਕ ਹੈ, ਔਗਸਟ। ਠੀਕ ਹੈ, ਸਪੈਲਿੰਗ ਦੇਖ ਲੈਣਾ, ਔਗਸਟ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਔਗਸਟ। ਠੀਕ ਹੈ, ਅਗਸਤ ਦੇ ਨਾਲ ਕਿਸ ਤਰ੍ਹਾਂ ਵਰਡ ਮਿਲਦਾ ਹੈ? ਸਡਨ ਫੀਲਿੰਗ ਆਫ ਸ਼ੌਕ ਐਂਡ ਵਰੀ। ਸਰਪ੍ਰਾਈਜ਼ ਹੋ ਜਾਣਾ, ਇਸ ਨੂੰ ਕਿਹਾ ਜਾਂਦਾ ਹੈ ਸਰਪ੍ਰਾਈਜ਼ ਹੋ ਜਾਣਾ। ਸਰਪ੍ਰਾਈਜ਼ ਕਿਸ ਤਰੀਕੇ ਦੇ ਨਾਲ ਹੁੰਦਾ ਹੈ? ਅਗਸਤ ਦੇ ਵਿੱਚ, ਯਾਨੀ ਕਿ ਇਸ ਦੇ ਵਿੱਚ ਚਿੰਤਾ ਹੁੰਦੀ ਹੈ ਕਿ ਇਹ ਕੀ ਬਣ ਗਿਆ, ਇਹ ਕੀ ਹੋ ਗਿਆ। ਠੀਕ ਹੈ, ਜਿਹੜਾ ਕਿ ਅਨਡਿਜ਼ਾਇਰਡ ਹੁੰਦਾ, ਸੇਮ ਥਿੰਗ ਹੈ ਜਿਵੇਂ ਅਨਡਿਜ਼ਾਇਰਡ ਹੁੰਦੀ ਹੈ ਬਟ ਇਹ ਸ਼ੌਕ ਨੂੰ ਅਗਸਤ ਕਿਹਾ ਜਾਂਦਾ ਹੈ। ਰਾਈਟ, ਲੈਟਸ ਮੂਵ ਟੂ ਨੈਕਸਟ ਵਰਡ ਅਜਾਈਲ। ਅਜਾਈਲ ਦਾ ਮਤਲਬ ਹੈ ਲਚੀਲਾਪਨ, ਫਲੈਕਸੀਬਿਲਿਟੀ। ਫਲੈਕਸੀਬਿਲਿਟੀ ਕਹਿ ਸਕਦੇ ਹਾਂ, ਫਲੈਕਸੀਬਿਲਿਟੀ। ਠੀਕ ਹੈ, ਆਪਣੀ ਬੋਡੀ ਹਮੇਸ਼ਾ ਫਲੈਕਸੀਬਲ ਹੋਣੀ ਚਾਹੀਦੀ ਹੈ। ਠੀਕ ਹੈ, ਏਬਲ ਟੂ ਮੂਵ ਯੂਰ ਬੋਡੀ ਕੁਇਕਲੀ। ਫਲੈਕਸੀਬਿਲਿਟੀ ਮੈਂ ਤੁਹਾਨੂੰ ਦੱਸਤਾ। ਅਗੋਨੀ ਕੀ ਹੁੰਦੀ ਹੈ? ਅਗੋਨੀ ਦਾ ਮਤਲਬ ਹੈ ਐਕਸਟ੍ਰੀਮ ਸਫਰਿੰਗਸ, ਦੁੱਖ ਦਰਦ। ਦੁੱਖ ਦਰਦ ਨੂੰ ਕੀ ਕਿਹਾ ਜਾਂਦਾ ਹੈ? ਅਗੋਨੀ ਕਿਹਾ ਜਾਂਦਾ ਹੈ। ਠੀਕ ਹੈ, ਪੀੜਾ, ਦਰਦ, ਦੁੱਖ, ਇਸ ਨੂੰ ਅਗੋਨੀ ਕਿਹਾ ਜਾਂਦਾ ਹੈ। ਪੀੜਾ, ਠੀਕ ਹੈ, ਦੁੱਖ, ਦਰਦ, ਇਹ ਸਾਰੇ ਕੀ ਨੇ? ਐਕਸਟ੍ਰੀਮ ਸਫਰਿੰਗਸ ਨੇ। ਠੀਕ ਹੈ, ਨੈਕਸਟ ਮੂਵ ਕਰਦੇ ਹਾਂ। ਇਸ ਨੂੰ ਐਸਲੇ ਨਹੀਂ ਬੋਲਿਆ ਜਾਂਦਾ ਜਾਂ ਐਸਲ ਨਹੀਂ ਬੋਲਿਆ ਜਾਂਦਾ, ਇਹਨੂੰ ਬੋਲਿਆ ਜਾਂਦਾ ਆਈਲ। ਆਈਲ, ਆਈਲ ਕੀ ਹੁੰਦਾ? ਜਦੋਂ ਆਪਾਂ ਸਿਨੇਮਾ ਹਾਲਸ ਦੇ ਵਿੱਚ ਜਾਂਦੇ ਹਾਂ ਜਾਂ ਆਡੀਟੋਰੀਅਮ ਦੇ ਵਿੱਚ ਜਾਂਦੇ ਹਾਂ, ਆਪਾਂ ਕੀ ਦੇਖਦੇ ਹਾਂ? ਇੱਥੇ ਸੀਟਿੰਗ ਹੈ, ਸੀਟਾਂ ਲੱਗੀਆਂ ਹੋਈਆਂ ਨੇ ਸਟੈਪ ਵਾਈਜ਼, ਇੱਥੇ ਵੀ ਸੀਟਾਂ ਲੱਗੀਆਂ ਹੋਈਆਂ ਨੇ। ਠੀਕ ਹੈ, ਇੱਕ ਵਿਚਾਲੇ ਰਸਤਾ ਹੁੰਦਾ ਜਾਣ ਦੇ ਲਈ, ਇੱਥੇ ਸਟੇਅਰਸ ਲੱਗੀਆਂ ਹੁੰਦੀਆਂ ਨੇ।
ठीक है। सीट्स ਦੇ ਵਿਚਕਾਰ ਜਿਹੜੀ ਸਟੇਅਰਸ ਹੋਣਗੀਆਂ ਇਹ ਰਸਤਾ ਹੁੰਦਾ ਜਾਣ ਦਾ ਲੰਘਣ ਦਾ ਰਸਤਾ ਸਾਈਡਸ ਤੇ ਵੀ ਹੁੰਦਾ ਹੈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹ ਸਟੇਅਰਸ ਨੂੰ ਆਇਲ ਕਿਹਾ ਜਾਂਦਾ ਹੈ ਆਇਲ ठीक है। नैरो लॉन्ग स्पेस बिटवीन द टू सिटिंग्स शायद नहीं लिखा गया ठीक है। दो सिटिंग्स होणगियां सिटिंग्स ਦੇ ਵਿਚਾਲੇ ਜਿਹੜਾ ਰਸਤਾ ਹੋਊਗਾ ਉਸ ਨੂੰ ਆਇਲ ਬੋਲਿਆ ਜਾਊਗਾ। ਐਲਕੈਮਿਸਟ ਕੀ ਹੁੰਦਾ ਹੈ ਐਲਕੈਮਿਸਟ ਦਾ ਮਤਲਬ ਹੁੰਦਾ ਪਾਰਸ ਉਹ ਹੁੰਦਾ ਹੈ ਜਿਹੜਾ ਪੱਥਰ ਨੂੰ ਵੀ ਸੋਨੇ ਦੇ ਵਿੱਚ ਚੇਂਜ ਕਰ ਦੇਵੇ ਠੀਕ ਹੈ। ਵਨ ਹੂ ਟਰਾਈਜ਼ ਟੂ ਟਰਨ ਅਦਰ ਬੇਸ ਮੈਟਲ ਇਨਟੂ ਗੋਲਡ ਕੋਈ ਵੀ ਬੇਸ ਮੈਟਲ ਹੋਵੇ ਉਸ ਨੂੰ ਗੋਲਡ ਦੇ ਵਿੱਚ ਚੇਂਜ ਕਰ ਦਿੰਦਾ ਹੈ। ਆਪਾਂ ਐਲਕੈਮਿਸਟ ਦਾ ਯੂਜ਼ ਕਰਦੇ ਹਾਂ ਕਿ ਜਿਵੇਂ ਮੈਂ ਕਹਾਂ ਅੰਬਾਨੀ ਜਿਹੜੇ ਅੰਬਾਨੀ ਨੇ ਅੰਬਾਨੀਜ਼ ਆਰ ਐਲਕੈਮਿਸਟ ਇਹ ਐਲਕੈਮਿਸਟ ਨੇ ਜਿਹੜੇ ਵੀ ਪ੍ਰੋਜੈਕਟ ਦੇ ਵਿੱਚ ਹੱਥ ਪਾਣਗੇ ਉਹ ਬੈਨੀਫਿਟ ਦਊਗਾ ਹੀ ਦਊਗਾ ਉਹ ਕਦੇ ਘਾਟੇ ਦੇ ਵਿੱਚ ਨਹੀਂ ਜਾਂਦਾ ਠੀਕ ਹੈ ਤਾਂ ਉਹ ਐਲਕੈਮਿਸਟ ਨੇ ਠੀਕ ਹੈ। ਨੈਕਸਟ ਮੂਵ ਕਰਦੇ ਹਾਂ ਐਲੀਮਨੀ ਤੋਂ। ਐਲੀਮਨੀ ਕੀ ਹੁੰਦਾ ਐਲੀਮਨੀ ਉਹ ਵਾਲੀ ਮਨੀ ਹੁੰਦੀ ਹੈ ਜਿਹੜੀ ਪੇਡ ਕੀਤੀ ਜਾਂਦੀ ਹੈ ਡਿਵੋਰਸ ਤੋਂ ਬਾਅਦ ਠੀਕ ਹੈ। ਡਿਵੋਰਸ ਤੋਂ ਬਾਅਦ ਵਾਈਫ ਨੂੰ ਦੇਣ ਵਾਲੀ ਜਿਹੜੀ ਅਮਾਊਂਟ ਹੁੰਦੀ ਹੈ ਮਨੀ ਹੁੰਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਐਲੀਮਨੀ ਠੀਕ ਹੈ। ਐਲੀਮਨੀ ਯਾਦ ਕਰਨਾ ਵਨ ਵਰਡ ਸਬਸਟੀਟਿਊਸ਼ਨ ਪੁੱਛਿਆ ਜਾਂਦਾ ਹੈ ਇਹ ਵਾਲਾ ਸੈਂਟੈਂਸ ਲਿਖਿਆ ਜਾਊਗਾ ਪੁੱਛਿਆ ਜਾਊਗਾ ਵਟ ਇਜ਼ ਵਨ ਵਰਡ ਅਬਾਊਟ ਦੈਟ ਠੀਕ ਹੈ। ਇਹਦੇ ਵਾਸਤੇ ਕੋਈ ਵਨ ਵਰਡ ਦੱਸੋ ਤਾਂ ਤੁਸੀਂ ਲਿਖੋਗੇ ਐਲੀਮਨੀ ਠੀਕ ਹੈ। ਅਲਟਾਰ ਕੀ ਹੁੰਦਾ ਹੈ ਅਲਟਾਰ ਦਾ ਮੀਨਿੰਗ ਹੈ ਕੁੰਡ ਮੈਂ ਤੁਹਾਨੂੰ ਦੱਸਿਆ ਕੁੰਡ ਹੁੰਦੇ ਨੇ ਅਗਨੀ ਕੁੰਡ ਹੁੰਦੇ ਨੇ ਇਸ ਤਰ੍ਹਾਂ ਕਰਕੇ ਬਣੇ ਹੁੰਦੇ ਨੇ ਅਗਨੀ ਕੁੰਡ ਠੀਕ ਹੈ ਇਸ ਤਰ੍ਹਾਂ ਕਰਕੇ ਬਣੇ ਹੁੰਦੇ ਨੇ ਠੀਕ ਹੈ। ਇੱਥੇ ਸਟੈਪਸ ਜੇ ਬਣੇ ਹੁੰਦੇ ਨੇ ਇਸ ਤਰ੍ਹਾਂ ਕਰਕੇ ਕੁਝ ਹੁੰਦਾ ਹੈ ਠੀਕ ਹੈ। ਇੱਥੇ ਪੂਜਾ ਅਰਚਨਾ ਕੀਤੀ ਜਾਂਦੀ ਹੈ ਸੈਕਰੀਫਾਈਸ ਮੈਂ ਤੁਹਾਨੂੰ ਪੜ੍ਹਾਇਆ ਵੈਦਿਕ ਪੀਰੀਅਡ ਦੇ ਵਿੱਚ ਸੈਕਰੀਫਾਈਸ ਕੀਤੇ ਜਾਂਦੇ ਸੀ ਇਸ ਦੇ ਨੇੜੇ ਠੀਕ ਹੈ। ਟੇਬਲ ਹੁੰਦਾ ਹੈ ਟੇਬਲ ਦੇ ਵਾਂਗੂ ਬਣਿਆ ਹੁੰਦਾ ਪਲੇਸ ਵੇਅਰ ਆਫਰਿੰਗਸ ਆਰ ਪੁੱਟ ਇਨਟੂ ਰਿਲੀਜੀਅਸ ਪਲੇਸਿਸ ਅਗਨੀ ਕੁੰਡ ਇਹ ਕੁੰਡ ਹੁੰਦੇ ਨੇ ਜੇ ਫਾਇਰ ਅੱਗੇ ਲਾ ਦਾਂਗੇ ਤਾਂ ਫਾਇਰ ਅਲਟਾਰ ਮਤਲਬ ਅਗਨੀ ਕੁੰਡ। ਲੈਟਸ ਮੂਵ ਟੂ ਨੈਕਸਟ ਵਰਡ ਐਲਟਰਕੇਸ਼ਨ ਦਾ ਮਤਲਬ ਕੀ ਹੁੰਦਾ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਸਮਝਾਵਾਂ ਤਾਂ ਰੋਲਾ ਰੱਪਾ ਜਦੋਂ ਕਿ ਰੋਲਾ ਰੱਪਾ ਪੈਂਦਾ ਹੈ ਜਦੋਂ ਕਿ ਲਾਊਡ ਆਰਗੂਮੈਂਟਸ ਹੁੰਦੇ ਨੇ ਕਿਸੇ ਫੈਮਿਲੀ ਦੇ ਵਿੱਚ ਜਾਂ ਕਿਸੇ ਪਰਸਨ ਦੇ ਵਿੱਚ ਤਾਂ ਆਪਾਂ ਕਵਾਂਗੇ ਐਲਟਰਕੇਸ਼ਨਸ ਠੀਕ ਹੈ। ਐਲਟਰਕੇਸ਼ਨ ਕੀ ਹੈ ਸਿਰਫ ਆਰਗੂਮੈਂਟ ਨੇ ਇਹਨਾਂ ਵਿੱਚ ਕੋਈ ਸੱਟ ਨਹੀਂ ਲੱਗਦੀ ਕਿਸੇ ਨੂੰ ਵੀ ਸਿਰਫ ਆਰਗੂਮੈਂਟ ਹੁੰਦੇ ਮੈਂਟਲੀ ਸੱਟ ਵੱਜ ਸਕਦੀ ਹੈ ਲੇਕਿਨ ਫਿਜ਼ੀਕਲੀ ਹਰਟ ਕੁਝ ਵੀ ਨਹੀਂ ਹੁੰਦਾ ਠੀਕ ਹੈ। ਐਲਟਰਕੇਸ਼ਨ ਦਾ ਮਤਲਬ ਲਾਊਡ ਆਰਗੂਮੈਂਟ ਰੋਲਾ ਰੱਪਾ ਪਾ ਦੇਣਾ ਠੀਕ ਹੈ। ਐਂਬੀਗੂਅਸ ਦਾ ਕੀ ਮਤਲਬ ਹੈ ਜਿੱਥੇ ਵੀ ਵਰਡ ਐਮਬੀ ਲਿਖਿਆ ਹੋਊਗਾ ਐਮਬੀ ਇੱਕ ਰੂਟ ਵਰਡ ਹੈ ਠੀਕ ਹੈ। ਐਮਬੀ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਜਦੋਂ ਐਮਬੀ ਲਿਖਿਆ ਹੋਊਗਾ ਇਸ ਦਾ ਮਤਲਬ ਹੋਊਗਾ ਦੋ ਪਾਸੇ ਹੋਊਗਾ ਇਸ ਦਾ ਮਤਲਬ ਦੋ ਪਾਸੇ ਦਾ ਕੀ ਮਤਲਬ ਹੈ ਅਸਪਸ਼ਟ ਐਂਬੀਗੂਅਸ ਜਦੋਂ ਵੀ ਕੋਈ ਪਰਸਨ ਕੋਈ ਗੱਲ ਕਰਦਾ ਹੈ ਤਾਂ ਉਸ ਗੱਲ ਦੇ ਕਈ ਵਾਰ ਦੋ ਮੀਨਿੰਗ ਨਿਕਲ ਜਾਂਦੇ ਨੇ ਠੀਕ ਹੈ। ਆਪਾਂ ਕਈ ਵਾਰ ਕੀ ਪਰਸਨ ਨੂੰ ਮਿਲਦੇ ਹਾਂ ਉਹ ਇਸ ਤਰ੍ਹਾਂ ਗੱਲ ਆਪਦੀ ਰੱਖਦੇ ਨੇ ਕਿ ਉਹਨਾਂ ਦੇ ਦੋ ਮੀਨਿੰਗ ਨਿਕਲਦੇ ਨੇ ਉਹ ਐਂਬੀਗੂਅਸ ਹੋ ਜਾਂਦਾ ਉਹਨਾਂ ਦੀ ਗੱਲ ਸਮਝ ਨਹੀਂ ਲੱਗਦੀ ਕਿ ਉਹ ਕਿਸ ਵੇ ਦੇ ਵਿੱਚ ਗੱਲ ਕਰਨਾ ਚਾਹੁੰਦੇ ਨੇ ਤਾਂ ਉਸ ਨੂੰ ਬੋਲਿਆ ਜਾਂਦਾ ਐਂਬੀਗੂਅਸ ਹੈਵਿੰਗ ਮੋਰ ਦੈਨ ਵਨ ਪੋਸੀਬਲ ਮੀਨਿੰਗ ਇੱਕ ਮੀਨਿੰਗ ਤਾਂ ਨਿਕਲਦਾ ਬਟ ਇੱਕ ਹੋਰ ਮੀਨਿੰਗ ਨਿਕਲ ਰਿਹਾ ਠੀਕ ਹੈ। ਦੋ ਮੀਨਿੰਗ ਨਿਕਲਣ ਇੱਕ ਮੀਨਿੰਗ ਤਾਂ ਸਪਸ਼ਟ ਹੈ ਦੂਸਰਾ ਸਪਸ਼ਟ ਨਹੀਂ ਹੈ ਠੀਕ ਹੈ। ਐਮੀਨੇਬਲ ਕੀ ਹੈ ਇਹ ਮੀਨੇਬਲ ਤੋਂ ਵਰਡ ਯਾਦ ਬਣਾ ਲਓ ਮੈਨ ਠੀਕ ਹੈ। ਵੈਸੇ ਤਾਂ ਇਹ ਮੈਨ ਹੁੰਦਾ ਪਰ ਇਹ ਮੈਨ ਯਾਦ ਕਰ ਲਓ ਕੀ ਹੈ ਜਦੋਂ ਕਿ ਮੈਨ ਦੀ ਮੈਰਿਜ ਹੋ ਜਾਂਦੀ ਹੈ ਮੈਰਿਜ ਤੋਂ ਬਾਅਦ ਉਹ ਸਭ ਕੁਝ ਸੁਜੈਸ਼ਨ ਸਵੀਕਾਰ ਕਰਨ ਲੱਗ ਜਾਂਦੇ ਨੇ ਐਕਸੈਪਟ ਕਰਨ ਲੱਗ ਜਾਂਦੇ ਨੇ ਠੀਕ ਹੈ। ਵਿਲਿੰਗ ਟੂ ਐਕਸੈਪਟ ਏ ਸੁਜੈਸ਼ਨ ਜਦੋਂ ਕਿ ਬੰਦਾ ਇਸ ਕੰਡੀਸ਼ਨ ਦੇ ਵਿੱਚ ਪਹੁੰਚ ਜਾਵੇ ਠੀਕ ਹੈ ਉਸ ਨੂੰ ਬੋਲਿਆ ਜਾਂਦਾ ਮੈਨ ਇੰਨਾ ਏਬਲ ਹੋ ਗਿਆ ਕਿ ਉਹ ਹੁਣ ਸਾਰੇ ਹੀ ਸੁਜੈਸ਼ਨਸ ਨੂੰ ਐਕਸੈਪਟ ਕਰਨ ਲੱਗ ਗਿਆ ਇੱਛਾ ਰੱਖਦਾ ਹੈ ਐਮੀਨੇਬਲ ਠੀਕ ਹੈ ਜੀ। ਐਮੀਏਬਲ ਮੈਂ ਤੁਹਾਨੂੰ ਦੱਸ ਚੁੱਕਿਆ ਐਮੀਏਬਲ ਦਾ ਮਤਲਬ ਹੈ ਫਰੈਂਡਲੀ ਬਿਹੇਵੀਅਰ ਐਮੀਏਬਲ ਦਾ ਮਤਲਬ ਹੈ ਪਲੀਜ਼ੈਂਟ ਖੁਸ਼ ਕਰਨ ਵਾਲਾ ਤੇ ਫਰੈਂਡਲੀ ਬਿਹੇਵੀਅਰ ਕਈ ਵਾਰ ਆਪਾਂ ਕਿਤੇ ਜਾਂਦੇ ਹਾਂ ਮੋਲ ਦੇ ਵਿੱਚ ਜਾਂਦੇ ਹਾਂ ਕਿਤੇ ਹੋਲ 'ਚ ਜਾਂਦੇ ਹਾਂ ਜਾਂ ਕਿਤੇ ਪਾਰਟੀ ਫੰਕਸ਼ਨ ਤੇ ਜਾਂਦੇ ਹਾਂ ਜਾਂ ਹਸਪੀਟਲ ਦੇ ਵਿੱਚ ਵੀ ਜਾਂਦੇ ਹਾਂ ਕਈ ਵਾਰ ਆਪਾਂ ਨੂੰ ਹਸਪੀਟਲ ਦੇ ਵਿੱਚ ਵੀ ਫਰੈਂਡਲੀ ਬਿਹੇਵੀਅਰ ਪਲੀਜ਼ੈਂਟ ਐਨਵਾਇਰਨਮੈਂਟ ਦੇਖਣ ਨੂੰ ਮਿਲਦਾ ਹੈ ਉਸ ਨੂੰ ਐਮੀਏਬਲ ਕਿਹਾ ਜਾਂਦਾ ਹੈ ਐਮੀਏਬਲ ਤੇ ਐਮੀਕੇਬਲ ਵੀ ਕਿਹਾ ਜਾਂਦਾ ਹੈ ਐਮੀਕੇਬਲ ਸੇਮ ਵਰਡ ਨੇ ਜ਼ਿਆਦਾ ਫਰਕ ਨਹੀਂ ਤੁਸੀਂ ਜ਼ਿਆਦਾ ਫਰਕ ਨਾ ਕੱਢਣ ਦੀ ਕੋਸ਼ਿਸ਼ ਕਰੋ ਥੋੜਾ ਬਹੁਤ ਮਾਮੂਲੀ ਜਿਹਾ ਫਰਕ ਹੈ ਦੋਵਾਂ ਦੇ ਵਿੱਚ ਬਟ ਆਪਾਂ ਨੂੰ ਇਹਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਕਿਉਂਕਿ ਇੰਨਾ ਹੀ ਵਰਡ ਪੁੱਛਿਆ ਜਾਂਦਾ ਵੋਕੈਬਲਰੀ ਦੇ ਵਿੱਚ ਐਮੀਏਬਲ ਤੇ ਐਮੀਕੇਬਲ ਵਰਡ ਲਗਭਗ ਸੇਮ ਨੇ ਇੱਕ ਵਰਡ ਹੋਰ ਹੁੰਦਾ ਹੈ ਇਨੀਮਿਕਲ
ਇੰਨੀ ਦਾ ਜਦੋਂ ਇਨ ਦਾ ਮਤਲਬ ਜਦੋਂ ਲੱਗ ਜਾਂਦਾ ਕਿਸੇ ਵਰਡ ਅੱਗੇ ਤਾਂ ਇਹ ਅਪੋਜ਼ਿਟ ਭਾਵਨਾ ਸ਼ੋ ਕਰਦਾ ਹੈ, ਠੀਕ ਹੈ। ਮਿਕਲ, ਮਿਕਲ ਵਰਡ ਨਿਕਲਿਆ ਐਮੀਕੇਬਲ ਤੋਂ, ਕੇਬਲ ਤੋਂ ਇੱਥੋਂ, ਠੀਕ ਹੈ, यानी कि एस ਦਾ अपोजिट हो गया। एक ही हो गया होस्टाइल हो गया, दुश्मन हो गया। फ्रेंडली सी एमिकेबल, तो दुश्मन कौन है? इनिमिकल, होस्टाइल नेचर ਦਾ, ठीक है जी। ਅੱਗੇ ਗੱਲ ਕਰਦੇ ਆ एंगेस्ट। एंगेस्ट ਕੀ ਹੁੰਦਾ? एंगेस्ट ਹੁੰਦਾ ग्रेट एंग्जाइटी। एंग्जाइटी ਦਾ मतलब चिंता, ਜਦੋਂ ਬਹੁਤ ਸਾਰੀ चिंता हो ਜਾਂਦੀ है, ठीक है, उस टाइम बंदा एंगेस्ट कंडीशन ਦੇ ਵਿੱਚ पहुंच ਜਾਂਦਾ है, एंगेस्ट, ठीक है, चिंता हो जानी, एंग्जाइटी हो जानी। नैक्सट वर्ड देखते हैं एंगुइश। लगभग वर्ड मीनिंग मिलते जुलते ने, मीनिंग भी लगभग मिलते जुलते ने। एंगुइश का मीनिंग होता है एक्सट्रीम हैप्पीनैस, जो सोरो, सोरो दुख आ जाता है तो उदों अनहैप्पीनैस, एक्सट्रीम हैप्पीनैस आ जाता है, उसनों एंगुइश कहा जाता है, एंगुइश, ठीक है जी। वर्ड याद रखना, वेरी वेरी इंपोर्टेंट वर्ड ने। एनोटेट का की मतलब होता है? एनोटेट का मतलब कोई टिप्पणी कर देनी, किसी गल ते कोई टिप्पणी कर देनी, कोई कमेंटरी चल रही है उत्थे कोई टिप्पणी कर देनी, कोई गल बोल देनी, ठीक है, उसनों कहा जाता है। जिवें आपां MS ऑफिस यूज करते हैं, MS पावर पॉइंट यूज करते हैं, तो आपां उत्थे कमेंट भी ऐड कर देंगे, कमेंट कि तुसीं की कमेंट लिखना चाहते हो, वो भी एक एनोटेट है। आपां ब्रीफ एक्सप्लेनेशन लिख देंगे, ठीक है। एक्सप्लेनेशन लिखने नाल की होंदा है, उसनों एनोटेट बोलिया जाता है, ठीक है जी। एनोनमस की होंदा है? एनोनमस आपां जदों भी आपां हिंदी का अखबार या इंग्लिश का अखबार पढ़ते हैं, हिंदी के अखबार दे विच लिखिया होंदा, पंजाबी के अखबार दे विच लिखिया होंदा है कि गुमनाम, कि गुमनाम के अगेंस्ट कंप्लेंट लिख लिखी गई है, ठीक है। पता नहीं कि ये क्राइम किसने किया है, कोई सट मार के चला गया, कोई हार्ट करके एक्सीडेंट करके चला गया, बट एक एनोनमस के खिलाफ ये कंप्लेंट लिखी गई है, मतलब कि उसका नाम नहीं पता, गुमनाम है, जो पता चल जाऊगा उसका नाम उत्ते पुट कर दिता जाऊगा। मेड डन बाय समवन अननोन, कोई अननोन है, गुमनाम है, ठीक है। एंटीसीडेंट की होंदा है? एंटी जिथों भी वर्ड लिखा जाता है तो एंटी का मतलब होंदा पहला, कोई भी वर्ड तो पहला। जिवें मैं कहां इनिमिकल, तुहानूं मैं पिछले स्लाइड दे विच दस्सिया इनिमिकल, इन्नी वर्ड लग गया, इन्नी वर्ड, मिकल दे अगे इन्नी का की मतलब है? इन्नी वर्ड है एंटीसीडेंट, एंटीसीडेंट है, ठीक है। याद रखना एंटीसीडेंट का की मतलब है जिहड़ा कि पहला लग जाए, एग्जिस्टिंग बिफोर, ठीक है। अपैथी की होंदा है? अपैथी होंदा है लैक ऑफ इंटरस्ट, एंथुजियाज्म ते इमोशन। जदों कि किसी चीज़ दे विच इंटरस्ट खत्म हो जाए, एंथुजियाज्म खत्म हो जान, इमोशन खत्म हो जाए, ना दुख लगे ना सुख लगे, ठीक है, कोई भी चीज़ का फर्क ना पवे, जी मर्जी कंडीशन होवे, उसनों अपैथी कहा जाता है, अपैथी। याद रखना ये मन्निया जाता है कि जिहड़े हिंदी दे विच जे मैं कहां तां उदासीन बोलिया जाता है, उदासीन। तुहानूं पता है बाबा श्री चंद जी भी उदासीन तो बिलोंग करते हैं। उदासीन का मतलब बाबा श्री चंद जी जिहड़े गुरु नानक देव जी के बेटे ने उदासीनता दे विच चले गए सी। उदासीनता का मतलब कि वो लैक ऑफ इंटरस्ट, उन्होंने दुनिया के नाल कोई मोह नहीं रहा, कोई माया नहीं रही, है ना, तो वो इमोशनलैस हो गए दुनिया के नाल, आपकी भगती दे विच बैठ के उन्होंने उदासीन कहा जाता है। उदासीन संत बहुत ज़्यादा यूज होने वाला वर्ड है, तो वह होंदा अपैथी, ठीक है। अपैलिंग का की मीनिंग है? अपैलिंग का मीनिंग अपल, इस तरह ही वर्ड लिखा जाता है, अपल, ठीक है। जदों मैं तुहानूं लिंक दस देना, जदों पल पल तुहानूं डर लगे, पल पल डर लगे, तो अपैलिंग का मतलब है डर, ठीक है। वैरी बैड एंड शॉकिंग, वैसे इसनूं डर बोलिया जाता है जदों भी डरावनी कंडीशन होती है, डरावनी, ठीक है, डरावनी कंडीशन नूं अपैलिंग कंडीशन कहा जाता है, ठीक है। होप तुहानूं सब नूं अज दी क्लास पसंद आई होगी ते तुसीं अज नवे वर्ड सीखे होणगे, ठीक है। फिर आपां रिवीजन कर लैंदे हां प्रीवियस वर्ड्स दा जिहड़े आपां कर चुके हां, 1 to 40 वर्ड्स, ठीक है। अबेश किसी को नीचा दिखाना, अबेश, अबैश का मतलब है एम्बेरस करना, शर्मिंदा करना। एबेटोर का मतलब है कसाई खाना। एबडिकेट का मतलब है त्याग देना, गिव अप कर देना। अबेरेंट का मतलब है एबनॉर्मल। अबैटमेंट का मतलब है रोंग डूइंग दे विच किसी की हेल्प करनी। अभ्यास का मीनिंग है कि पालना नहीं हो रही, पालना, ओबे का मतलब है पालना होना, अभ्यास का मतलब है सस्पेंडेड कंडीशन दे विच। अबोर का मीनिंग है डिटेस्ट, डिसलाइक, हेट। ऑब्जेक्ट का मीनिंग है आपकी सही कंडीशन दे विच नहीं हैगी कोई भी चीज, एक्सट्रीमली पुअर ते अनहैप्पी कंडीशन दे विच है। अब जोरा सिंह ने रिनाउंस करता, सौं खा के छड़ दी चीज। एवोल्यूशन का मतलब है धार्मिक इशनान करने। एबनीगेशन का मतलब है कोई दावेदारी छड़ देनी, एबनीगेशन। अबोर का मतलब आपका घर निवास स्थान। अबोलिश का मतलब डिस्ट्रॉय कर देना, एंड कर देना।
ਅਬੋਮਿਨੇਬਲ ਦਾ ਕੀ ਮਤਲਬ ਹੈ? ਅਬੋਮਿਨੇਬਲ ਦਾ ਮਤਲਬ ਹੈ ਵੈਰੀ ਬੈਡ ਤੇ ਅਨਪਲੀਜ਼ੈਂਟ ਕੰਡੀਸ਼ਨ। ਅਬੋਮਿਨੇਬਲ ਮੈਂ ਤੁਹਾਨੂੰ ਕਰਾਇਆ ਐਮੈਨੀਏਬਲ, एमेनिएबल इस तरह वर्ड कराया एमिनिएबल, ठीक है। एमेनिएबल का की मतलब मैं ਤੁਹਾਨੂੰ ਕਰਵਾਇਆ ਸੀ कि सजेशन, विलिंग टू एक्सेप्ट सजेशन, विलिंग टू एक्सेप्ट सजेशन, हुण मैं ਤੁਹਾਨੂੰ वर्ड कराया, ठीक है। एमेनिएबल, ठीक है, ये है अबोनीएबल, ठीक है। अगे देखते हैं एब ओरिजिनल मतलब नेटिव स्थान आप कितों बिलोंग करते हैं उसको एब ओरिजिनल कहा जाता है। अबोटिव का मतलब है ਤੁਹਾਨੂੰ फल नहीं मिलना, अबॉर्शन हो चुके हैं। अब्रेसिव का की मतलब है गाली गलोच करनी, इमेज खराब कर देनी या फिर रब करने वाला कोई सबस्टांस। एवरेज का मतलब छोटा कर देना। एब्रोगेट का मतलब रद्द कर देना, रिपील कर देना, रिवोक कर देना, ठीक है। एब्सीजन का मतलब चीरा लाना। एब्सकॉन्ड का मतलब भज जाना, इलोप हो जाना, फ्ली हो जाना। एब्सोल्यूट का मतलब कंप्लीटली। एब्सोल्व का मतलब माफी दे देनी, एब्सोल्व माफी दे देनी राष्ट्रपति देता है, गवर्नर देता है। एब्सटेन मतलब परहेज करना, रिफ्रेन करना। एब्सट्रैक्ट का की मतलब है? एब्सट्रैक्ट का मतलब है भावनावां छोटे दर्जे के लिख देनिया। ब्रीफ, ब्रीफली लिख देना, ब्रीफ लिख देने इत्थे, ब्रीफ स्पैलिंग लिख लेना, ब्रीफ, ठीक है। ब्रीफली कोई भी चीज लिख देनी एक्सट्रैक्ट करके, उसको एब्सट्रैक्ट बोला जाता है। एब्स्ट्रूज, अब से ट्रू चीजों को समझना मुश्किल हो गया है। हार्ड टू अंडरस्टैंड, हार्ड टू अंडरस्टैंड हो गया है। एबेसमल का मतलब जो भी मन लिखा होगा तो बुरा होगा, वेरी बैड, वेरी बैड हो रहा है। एक्सीड का मतलब मान जाना। एक्लेम का मतलब प्रशंसा करना। एकोलेट का मतलब पुरस्कार करना, अवार्ड देना, रिवॉर्ड देना। अकम्पलीज का मतलब गुनेगार का साथी, पार्टनर इन क्राइम, ठीक है। अकॉर्ड का मतलब मान जाना, एग्री कर लेना। एक्यूज का मतलब आरोपी, ठीक है। एक्यूज आरोपी जिसते ट्रायल किया जा रहा कोर्ट के अंदर। एक्मे का मतलब पीक होंगे, जैनिथ, पीक, पैरामाउंट, ठीक है। ये एस दे वर्ड ने। एक्विट का मतलब बरी कर देना। अडेप्ट का मतलब अपना लेना, ठीक है, आपदे आप नूं ढाल लेना। अडेप्ट का मतलब ईपीटी, जो भी एपीटी लिखा हो तो मतलब अपना लेना, आपदे आप नूं कंडीशन के अकॉर्डिंग ढाल लेना, एनवायरमेंट के अकॉर्डिंग आपदे आप नूं। जो भी विच ई लिखा जाए तो इसका मतलब होता है निपुण होना, माहिर होना। अडोलसेंट का मतलब होता है अवस्था चेंज होनी। चाइल्डहुड तो यंग अवस्था के जाता है, जो अडल्ट अवस्था के जाता है तो वह पीरियड नूं अडोलसेंट पीरियड कहा जाता है। अडल्ट्रेशन का मतलब मिलावटखोरी। अडल्टरी का मतलब तुहानूं दस चुके हैं कि आउटसाइड सैक्स करना मैरिज तो बाद, ठीक है जी। ये मैं तुहानूं सारे दस चुके हैं, ये अपनी रिवीजन भी हो चुकी है, वर्ड आप कर चुके हैं। मैं तुहानूं एक गल होर दस देना, आप डिटेल दे विच कर रहे हैं, रिवीजन भी आप कर रहे हैं नाल नाल। 40 to 60 वर्ड कंप्लीट हो चुके हैं, ठीक है। आप जी अपनी क्लास चलूगी, क्लास का टाइम 9:30 PM रहूगा, ठीक है। ये लाइव क्लास डेली लाइव क्लास चलूगी 9:30 से। पहला तो क्लासिस का टाइम चेंज हो चुके हैं एक दो बारी, बट हुण प्रॉपर टाइमिंग तो 9:30 PM टाइम रहूगा। आपदे आप नूं अवेलेबल करो इस टाइम पे, ठीक है। प्रेजेंट हो सारे, अवेलेबल हो इस टाइम पे, ठीक है। हुण मिलते हैं नैक्सट क्लास दे विच, बहुत ही वधिया कंटेंट लेके आवांगे ते इस तरह आपां रिवीजन करते रहांगे, तुहाडी वोकैबुलरी हाई पेस दे विच लेके जावांगे, ठीक है। एक दो दिन बाद आपां टैसट रखांगे तो टैसट वाला काम भी आपां कर लवांगे। थैंक यू, सी यू। तुहानूं क्लास किस तरह दी लगी तुसीं कमेंट दे विच मैनूं दस सकदे हो। थैंक यू।